आत्मा चैनल देख रहे सभी दर्शकों का स्वागत है। मैं हूं राजेश मेहरा। आइए एक नजर डालते हैं आज के धार्मिक और सामाजिक समाचारों पर। पंजाब में दिखा भारत बंद का व्यापक असर। रेल सड़क यातायात हुए प्रभावित। शहरों की दुकानें भी सुबह से ही बंद नजर आई। संयुक्त किसान मोर्चा की कॉल पर भारत बंद का असर पंजाब के विभिन्न जिलों में व्यापक स्तर पर दिखा। किसान इस बंद के लिए पहले से ही तैयारियां कर रहे थे और शुक्रवार को पंजाब के कई शहरों और गांवों में सुबह ही सड़कों और रेलवे ट्रैकों पर उतर आए। अमृतसर, जलंधर, लुधियाना, मोगा, बठिंडा, फतेहगढ़ साहब और अन्य जिलों में किसानों ने सड़क यातायात और रेलवे की आवाजाही को ठप कर दिया। इस दौरान शहर की दुकानें भी सुबह से ही बंद नजर आई। रेलवे ट्रैक जाम करने से कई ट्रेनों की रफ्तार भी थमी। रेलवे स्टेशनों पर यात्री परेशान होते दिखाई दिए। जलंधर व लुधियाना के कई इलाकों में बैंकों को बंद करवाने की भी कोशिश की गई और कई जगह खुले हुए बाजारों को भी किसान समर्थकों ने दुकानें बंद करवाई। आपको बता दें कि बंद के कारण सुबह दूध की सप्लाई भी प्रभावित हुई है। शहरों के साथ लगते हाईवे पर किसानों ने मोर्चे लगा रखे हैं, जहां से सिर्फ रोगी वाहनों को जाने दिया जा रहा है। आइए देखते हैं भारत बंद की एक स्पेशल रिपोर्ट। सर, आज भारत बंद के मौके ते तुसी की कहना चाहते हो? भारत बंद के मौके ते मैं ही कहना चाहना कि असी किसान भाई सारे वीर इकट्ठे आ, उन्हां दे नाल आ हर एक चीज़। क्योंकि किसान भाइयों का राती मैं एक न्यूज़ सुनी सी, वो कहते जे मोदी सरकार 100 रुपये लीटर तेल कर सकती है तो किसान भाई 100 रुपये लीटर किलो दुध नहीं कर सकते, फिर असी कित्थे जावांगे। पर किते ना किते लुधियाने दे विच काफ़ी जगह ऐसियां ने जो हजे भी खुल्लियां ने, काफ़ी बाजार ने जो खुले ने, उन्हां ते तुसी की कहोगे? ਉਹਨਾਂ ਦੇ ਵੀ ਇਹ ਕੋਈ ਉਹਨਾਂ ਨੂੰ ਸਾਥ ਦੇਣਾ ਚਾਹੀਦਾ ਹੈ, ਵੱਧ ਤੋਂ ਵੱਧ ਸਾਡਾ ਅੱਜ ਰਿਕੁਐਸਟ ਕਰ ਸਕਦੇ ਉਹਨਾਂ ਅੱਗੇ ਬਸ। ਅਸੀਂ ਅਪੀਲ ਕਰਾਂਗੇ ਉਹਨਾਂ ਨੂੰ ਵੀ ਕਿ ਉਹ ਵੀ ਆਪਣਾ ਸਹਿਯੋਗ ਦੇਣ ਕਿਸਾਨਾਂ ਭਰਾਵਾਂ ਦੇ ਨਾਲ ਜਿਹੜੇ ਕਿ ਉੱਥੇ ਇੰਨੇ ਦਿਨਾਂ ਤੋਂ ਬੈਠੇ ਨੇ। ਅਸੀਂ ਵੀ ਸਾਰੇ ਦੇਖੋ ਆਪਣੀਆਂ ਦੁਕਾਨਾਂ ਬੰਦ ਕਰਕੇ ਪੂਰਾ ਘੁਮਾਰ ਮੰਡੀ ਮਾਲ ਰੋਡ ਸਹਿਯੋਗ ਦੇ ਰਿਹਾ ਕਿ ਉਹਨਾਂ ਨੂੰ ਵੀ ਦੇਣਾ ਚਾਹੀਦਾ ਹੈ। ਕੋਈ ਬਹੁਤ ਵੱਡੀ ਗੱਲ ਨਹੀਂ ਹੈਗੀ ਜੇ ਇੱਕ ਦਿਨ ਆਪਾਂ 5-6 ਵਜੇ ਤੱਕ ਬੰਦ ਵੀ ਕਰ ਦਾਂਗੇ ਤੇ ਕੋਈ ਵੱਡੀ ਗੱਲ ਨਹੀਂ ਹੈਗੀ ਹੈ। ਜੇ ਸਰਕਾਰ ਗੁਰਪ੍ਰੀਤ ਸਿੰਘ ਨੂਰਪੁਰਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਆਗੂ। ਅੱਜ ਅਸੀਂ 26 ਮਾਰਚ ਜੋ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਪੂਰੀਆਂ ਕਿਸਾਨ ਜਥੇਬੰਦੀਆਂ ਵੱਲੋਂ, ਸੰਯੁਕਤ ਮੋਰਚੇ ਵੱਲੋਂ, ਉੱਥੇ ਹੀ ਐਮਡੀਡੀ ਮਾਲ ਆ ਜਿੱਥੇ ਖੜੇ ਆ, ਇੱਥੇ 5 ਮਹੀਨੇ ਤੋਂ ਉੱਪਰ ਹੋ ਗਏ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਰਿਲਾਇੰਸ ਦੇ ਵੱਡੇ ਸਟੋਰ ਬੰਦ ਕਰਾਏ। ਅੱਜ ਇੱਥੇ ਹੀ ਅਸੀਂ ਧਰਨਾ ਲਾਇਆ ਵਾ। ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਵੱਡੀ ਗਿਣਤੀ ਦੇ ਵਿੱਚ ਮਾਤਾਵਾਂ ਭੈਣਾਂ ਇੱਥੇ ਇਸ ਬੰਦ ਨੂੰ ਸ਼ਾਮਲ ਹੋਣ ਆ ਰਹੇ ਆ। ਮੋਦੀ ਸਰਕਾਰ ਦੇ ਖਿਲਾਫ ਅੱਜ ਪੂਰਾ ਦੇਸ਼ ਉੱਠ ਕੇ ਖੜਾ ਹੋ ਚੁੱਕਿਆ। ਅੱਜ ਦੇਸ਼ ਨੇ, ਦੇਸ਼ ਦੇ ਗਰੀਬ ਲੋਕਾਂ ਨੇ, ਕਿਸਾਨਾਂ ਨੇ, ਮਜ਼ਦੂਰਾਂ ਨੇ, ਦੁਕਾਨਦਾਰਾਂ ਨੇ, ਮੁਲਾਜ਼ਮਾਂ ਨੇ ਅੱਜ ਵੱਡੇ ਏਕੇ ਦਾ ਸਬੂਤ ਦਿੰਦੇ ਹੋਏ ਮੁਕੰਮਲ ਭਾਰਤ ਬੰਦ ਦਾ ਸੱਦਾ ਜੋ ਆਇਆ। ਅੱਜ ਇਹ ਕਿਸਾਨ ਏਕਤਾ 26 ਤਰੀਕ ਨੂੰ ਬੰਦ ਹੋਣ ਲਈ ਕਾਂਗਰਸ ਪਾਰਟੀ ਪੂਰਾ ਸਮਰਥਨ ਕਰਦੀ ਪਈ ਹੈ। ਹਰ ਪੂਰੇ ਪੰਜਾਬ 'ਚ, ਪੂਰੇ ਹਿੰਦੁਸਤਾਨ 'ਚ ਕਾਂਗਰਸ ਪਾਰਟੀ ਸਮਰਥਨ ਕਰ ਰਹੀ ਹੈ। ਪੂਰੇ ਪੰਜਾਬ ਦਾ ਅਸੀਂ ਬੰਦ ਦਾ ਸਮਰਥਨ ਕਰਦੇ। ਸਵੇਰੇ 6 ਤੋਂ ਲੈ ਕੇ ਸ਼ਾਮੀ 6 ਤੱਕ ਬੰਦ ਹੈ। ਅਸੀਂ ਸਪੈਸ਼ਲ ਧਰਨਾ ਹੈ ਪੂਰੇ ਕਿਸਾਨਾਂ ਨੂੰ ਇਨਸਾਫ ਮਿਲੇ। ਮੋਦੀ ਸਰਕਾਰ ਸਾਰੀ ਬਿਲਕੁਲ ਨਜਾਇਜ਼ ਕਰ ਰਹੀ ਪਈ ਹੈ। ਕਿਸਾਨਾਂ ਨੂੰ ਮਿਲਦਾ ਇਨਸਾਫ ਨਹੀਂ ਮਿਲਦਾ ਵਾ। ਕਿਸਾਨਾਂ ਕੋਲ ਅੰਨ ਨਹੀਂ ਹੋਊਗਾ, ਸਾਡੇ ਕੋਲ ਅੰਨ ਨਹੀਂ ਹੋਊਗਾ। ਅਸੀਂ ਇਸ ਲਈ ਪੂਰਾ ਸਮਰਥਨ ਦੇ ਰਹੇ ਹਾਂ ਕਿਸਾਨਾਂ ਨੂੰ। ਜੈ ਕਿਸਾਨ ਜੈ ਜਵਾਨ। ਇਹ ਮੋਦੀ ਸਰਕਾਰ ਦੀ ਬਹੁਤ ਵੱਡੀ ਮੂਰਖਤਾ ਆ ਕਿ ਜਿਨ੍ਹਾਂ ਦੇ ਵੋਟਾਂ ਦੇ ਨਾਲ ਉਹ ਪ੍ਰਧਾਨ ਮੰਤਰੀ ਬਣਿਆ, ਅੱਜ ਉਹਨਾਂ ਨੂੰ ਉਹ ਕੁਝ ਨਹੀਂ ਸਮਝਦਾ। ਜਿੱਦਾਂ ਕਹਿ ਲਈਏ ਕਿ ਆਪਾਂ ਉਹਨੂੰ, ਜਦ ਉਹਨਾਂ ਦਾ ਕੋਈ ਘਰ ਪਰਿਵਾਰ ਨਹੀਂ, ਉਹਨੂੰ ਕੀ ਪਤਾ ਵੀ ਮਹਿੰਗਾਈ ਦਾ ਕੀ ਮਤਲਬ ਆ। ਸਿਲੰਡਰ ਦੇਖੋ 900 ਰੁਪਏ ਤੱਕ ਪਹੁੰਚਾਤਾ ਤੇ ਪੰਜਾਬ ਨਾਲ ਇੰਨਾ ਸੁਤੇਲਾ ਵਿਵਹਾਰ ਕੀਤਾ ਆ ਕਿ ਅੱਜ ਪੰਜਾਬ ਦੇ ਲੋਕੀ ਭੁੱਖੇ ਮਰਨ ਦੀ ਕਗਾਰ ਤੇ ਆ। ਭਾਰਤ ਬੰਦ ਤੋਂ ਵੀ ਜੇ ਮੋਦੀ ਸਰਕਾਰ ਦੀਆਂ ਅੱਖਾਂ ਨਹੀਂ ਖੁੱਲੀਆਂ ਤਾਂ ਸੰਯੁਕਤ ਕਿਸਾਨ ਮੋਰਚਾ ਅੱਗੇ ਤੋਂ ਜੋ ਵੀ ਇਹੋ ਜਿਹਾ ਐਕਸ਼ਨ ਲਊਗਾ, ਸਾਡੀ ਜਥੇਬੰਦੀ ਜਾਂ ਸਾਡੇ ਏਰੀਏ ਦੇ ਲੋਕ ਜਿਹੜੇ ਕਿ ਇਹਨਾਂ ਕਾਨੂੰਨਾਂ ਨੂੰ ਚੰਗੀ ਤਰ੍ਹਾਂ ਸਮਝਦੇ ਆ ਕਿ 3 ਕਾਲੇ ਕਾਨੂੰਨ ਜਿਹੜੇ ਆ ਉਹ ਜਿੱਥੇ ਕਿਸਾਨਾਂ ਨੂੰ ਮਾਰਨਗੇ ਉੱਥੇ ਨਾਲ ਸਾਡਾ ਆਮ ਮਜ਼ਦੂਰਾਂ ਦਾ ਘਾਣ ਕਰ ਦੇਣਗੇ। ਜੋ ਸਾਨੂੰ ਪਬਲਿਕ ਵੰਡ ਪ੍ਰਣਾਲੀ ਜਿਹੜੀ ਆ ਉਹਨੂੰ ਤਹਿਸ ਨਹਿਸ ਕਰ ਦੇਣਗੇ। ਟੋਟਲੀ ਸਟਾਕ ਜਿਹੜਾ ਕਾਰਪੋਰੇਟ ਦੇ ਅੰਡਰ ਹੋ ਜਾਊਗਾ ਤੇ ਕਾਰਪੋਰੇਟ ਆਪਣੀ ਮਰਜ਼ੀ ਨਾਲ, ਜਿਵੇਂ ਈਸਟ ਇੰਡੀਆ ਕੰਪਨੀ ਨੇ ਹਿੰਦੁਸਤਾਨ ਨੂੰ ਗੁਲਾਮ ਕੀਤਾ ਸੀ, ਉਸੇ ਤਰ੍ਹਾਂ ਕਾਰਪੋਰੇਟ ਜਿਹੜੇ ਨੇ ਉਹ ਹਿੰਦੁਸਤਾਨ ਨੂੰ ਗੁਲਾਮ ਬਣਾਉਣਗੇ ਔਰ ਉਹ ਗੁਲਾਮੀ
ਤੋਂ ਪਹਿਲਾਂ ਹੀ ਅਹਿਸਾਸ ਕਰਕੇ ਔਰ ਖੁਸ਼ੀ ਵਾਲੀ ਗੱਲ ਹੈ ਕਿ ਇਸ ਜਿਹੜਾ ਇਹ 3 ਕਾਲੇ ਕਾਨੂੰਨਾਂ ਨੂੰ ਅਹਿਸਾਸ ਕੀਤਾ ਉਹ ਸਭ ਤੋਂ ਪਹਿਲਾਂ ਪੰਜਾਬ ਨੇ ਅਹਿਸਾਸ ਕੀਤਾ। ਅਸੀਂ ਬਹੁਤ ਫਖਰ ਮਹਿਸੂਸ ਕਰਦੇ ਹਾਂ ਕਿ ਅਸੀਂ ਪੰਜਾਬ ਦੇ ਜੰਮਪਲ ਹਾਂ ਔਰ ਜ਼ਿਆਦਾ ਫਖਰ ਇਸ ਗੱਲ ਤੇ ਮਹਿਸੂਸ ਕਰਦੇ ਹਾਂ ਪੰਜਾਬ ਦੀ ਕਾਲ ਤੇ ਪੂਰੇ ਹਿੰਦੁਸਤਾਨ ਦੀਆਂ 475 ਕਿਸਾਨ ਯੂਨੀਅਨਾਂ ਜਿਹੜੀਆਂ ਅੱਜ ਪੰਜਾਬ ਦੀ ਅਗਵਾਈ ਵਿੱਚ ਸੰਯੁਕਤ ਕਿਸਾਨ मोर्चे की अगुवाई में चल रही ने। पुलवामा हमले के बाद भारत पाकिस्तान वार्ता फिर से शुरू होने की उम्मीद जागी। पाकिस्तान का प्रतिनिधिमंडल सचखंड दरबार साहब में श्रद्धा सुमन अर्पित करने पहुंचा। कुछ साल पहले पुलवामा में एक आतंकवादी हमले में लगभग 1 दर्जन भारतीय सैनिक मारे गए थे, जिसके बाद प्रधानमंत्री नरेंद्र मोदी ने पाकिस्तान के साथ सभी व्यापार संबंधों को तोड़ दिया था। होली सेक्रेट प्लेस है जहाँ पे पीस की बात है और जहाँ पे सबके लिए जो है वो इक्वल अपॉर्चुनिटी है, अंडरस्टैंडिंग है, तो यहाँ पे आके हमें काफ़ी दिली सुकून मिला है। और मैं फर्स्ट टाइम आया हूँ, तो लार्जर लेसन भी इसका यही है कि कोएग्जिस्ट करना चाहिए, पीसफुली रहना चाहिए। तो इसमें कोई शक नहीं, मुझे बहुत ही दिली सुकून मिला है और बहुत ही इत्मीनान कल्ब मिला है। सो इट वाज ए वेरी वंडरफुल एक्सपीरियंस टू विजिट द गोल्डन टेम्पल। थैंक यू। जी बिल्कुल, ये राब्ते बहाल रहने चाहिए और इंडस वाटर ट्रीटी के तहत जो हमारी मीटिंग्स हैं वो इटसेल्फ जो है वो ट्रीटी की इम्प्लीमेंटेशन के बारे में एक एविडेंस है। तो ट्रीटी इम्प्लीमेंट हो रही है, हमारे राब्ते बहाल हैं, जो भी हमारे दरमियान आपस के कोई इश्यूज़ या ऑब्जेक्शंस हैं वो हम बायलैटरल डायलॉग के साथ उनको हम रिजॉल्व करने की कोशिश कर रहे हैं। थैंक यू वेरी मच। भारत के राजदूत पाकिस्तानी प्रतिनिधिमंडल ने सचखंड श्री दरबार साहब में श्रद्धांजलि अर्पित की। इस मुद्दे को हल नहीं किया जा सकता और वार्ता में बंद व्यापार पर भी चर्चा हुई और जल्द ही ये व्यापार फिर से खुल सकता है। किसान जथेबंदियों के भारत बंद ऐलान के चलते हर वर्ग की तरफ से इस बंद की काल को जिला गुरदासपुर पूर्ण समर्थन मिल रहा है। गुरदासपुर में बटाला के नज़दीक अमृतसर पठानकोट जम्मू नेशनल हाईवे की किसानों की तरफ से जाम कर दिया गया है और इस मौके जाम में फंसे ट्रक भारी तादाद में खड़े दिखाई दे रहे हैं। ਟਾਇਰ ਸੀ ਦੁਬਈ ਦੀ ਤਾਂ ਮਤਲਬ ਮੈਂ ਰਾਜਸਥਾਨ 에ਅਰਪੋਰਟ ਜਾ ਰਿਹਾ ਸੀ ਤਾਂ ਮਤਲਬ ਕਿ ਕਿਸਾਨਾਂ ਨੇ ਮਤਲਬ ਬੰਦਰਾ ਜਿਹੜਾ ਕੀਤਾ ਹੋਇਆ ਹੈ ਕਿ ਬੰਦ ਕਰਨਾ ਹੈ, ਪਰ ਉਹਨਾਂ ਨੇ ਮਤਲਬ ਮੇਰੇ डॉक्यूमेंट दे के मैंने लंघन दिता कि नहीं तो हैगा है तुसीं जा सकते हैं। और भारत बंद को लेकर ट्रक ड्राइवरों को कहना है कि ऐसी बंद की कालों से मुश्किलों का सामना करना पड़ रहा है, लेकिन केंद्र सरकार को भी किसानों के बारे में सोचना चाहिए और काले कृषि कानूनों को वापस लेते हुए किसानों को खुशी खुशी उनके घरों तक वापस भेजना चाहिए। वहीं ट्रक ड्राइवरों को कहना है कि केंद्र सरकार की नीतियों ने और महंगाई ने हर वर्ग का बुरी तरह से मार मारी है। डीजल पेट्रोल के दाम लगातार बढ़ रहे हैं, जिसके कारण आने वाले समय से ट्रांसपोर्ट वर्ग को भी भारी मुश्किलें उठानी पड़ रही हैं। गंगानगर तो आए हैं तो पठानकोट जाना है। की कहना चाहते हो इतने कदों दे खड़े हो? इतने खड़े हैं सवेरे 6 बजे 6 बजे जो पता लग्या गड्डी खड़ी करती है किसानों के नाल जी, क्योंकि सानू किसानों के नाल रल असीं भी किसानों के पोती हैं जी, किसानों के नाल रलन दा सानू भी अज सारा देश रलिया, सब दुकानां वाले सब मजदूर जिन्ने भी है सब रले भी है, क्योंकि साडा भी धर्म है किसानों के नाल रलिए। ये सारी जनता नूं ही दुखी कर छड्डिया केंद्र सरकार ने। ये केंद्र सरकार नूं चाहीदा अपने आप भी जो सही काम आ वो करे, जिहड़े कि एक राजे का धर्म हुंदा प्रजा की सेवा करना। जे राजा ही तंग करन लग गया जनता नूं तो फिर जनता का की बनूगा? जो एक मुੱਢ ही खराब हो गया तो फिर डाहणिਆਂ ਨੂੰ अपने आप ही डाहणे तो खराब हो जाने है। बाकी दा मोदी सरकार नूं चाहीदा अपने सही काम करे, सही जिहड़े कानून है कानून लागू कर दे, जिहड़े गंदे कानून उन्हां नूं वापस ले ले। इहने मोदी सरकार ने तो साडू भी रगड़ता ही। अज डीजल कित्थों तक पड़ाता, असीं तो उतली लैन ते फिरदे सां, अज जमा किनारी ते बह गए इत्थे। की पता किहड़े वेले फैंस वालिਆਂ ने लै जानी है तो सानू जाके आप मजदूरां दे नाल ही मजदूरी करनी पै जानी है। अज फिर तुहाडा साथ है पूरा किसानां दा? पूरा साथ है ही। असीं मैं 5:30 बजे इत्थे खड़ी करती, जो पता अज इत्थे धरना लगना ही, दिहाड़ी टुटन का कोई मतलब नहीं, गड्डी खड़ी करती है किसानों के नाल, नाले सब तो सिरे ते गड्डी मेरी खड़ी है। की नाम है वीर जी, कित्थों आए कित्थे जाना सी? मेरा नाम गुरमीत सिंह है जी। मैं बजरी खाली करके फतेहगढ़ों आया, पठानकोट जाना है भरन वास्ते, पर इत्थे किसानों ने धरना लाया तो इस करके इत्थे रुक गए हैं। हुण शामी 6 बजे तक कहते भी ये धरना चलना तो सानू भी रुकना पैना, परेशानी तो आउंदी है। तो किसान भी बेचारे परेशान ने, उन्होंने भी उत्ते मोदी सरकार गल सुन नहीं रही।
ਤੇ ਇਸ ਕਰਕੇ ਅਸੀਂ ਵੀ ਚਾਹੁੰਦੇ ਆ ਵੀ ਜਿਸ ਤਰ੍ਹਾਂ ਵੀ ਮਰਜ਼ੀ ਹੈ ਵੀ ਇਹਨਾਂ ਦਾ ਹੱਲ ਕੀਤਾ ਜਾਏ ਤੇ ਅੱਗੋਂ ਤੋਂ ਵੀ ਮੁੜ ਕੇ ਇਹੋ ਜਿਹੀ ਨਾ ਕੋਈ ਪ੍ਰੋਬਲਮ ਆਏ। ਇਸ ਕਰਕੇ ਚਾਹੀਦਾ ਮੋਦੀ ਸਰਕਾਰ ਨੂੰ ਵੀ ਇਹਨਾਂ ਹੱਲ ਕਰਨ ਤੇ ਅਸੀਂ ਵੀ ਵੀ ਜਾਈਏ ਆਪਣੇ ਜਿੱਧਰ ਨੂੰ ਵੀ ਗੱਡੀਆਂ ਨੇ ਜਿੰਨੀਆਂ ਵੀ ਲੈਣਾ ਲੱਗੀਆਂ सारे ने, किसी ने जम्मू जाना, किसी ने श्रीनगर जाना, किसी ने किते जाना। कई ट्रक ड्राइवरों का कहना है कि केंद्र सरकार की नीतियों ने और महंगाई ने हर वर्ग का बुरी तरह से मार मारी है। डीजल पेट्रोल के दाम लगातार बढ़ रहे हैं, जिसके कारण आने वाले समय से ट्रांसपोर्ट वर्ग को भी भारी मुश्किलें उठानी पड़ रही हैं। गुरदासपुर से जितेंद्र कुंडल की रिपोर्ट। कृषि कानूनों को लेकर किसान जथेबंदियों की तरफ से दिल्ली में आंदोलन शुरू कर रखा है और इसी आंदोलन को लेकर किसान जथेबंदियों की तरफ से आज 26 मार्च को भारत बंद का ऐलान किया गया था, जिसके चलते जिला गुरदासपुर में बटाला के नजदीक कस्बा नौशहरा माझा सिंह के माझा किसान संघर्ष कमेटी के बैनर तले हजारों की तादाद में किसानों और मजदूरों ने इकट्ठा होकर मोदी ਨੂੰ ਇੱਕ ਹੀ ਗੱਲ ਕਹਿੰਦੇ ਆ ਕਿ ਕਿਉਂ ਕਿਸਾਨੀ ਨੂੰ ਰੋਲਣ ਡਿਆ। ਉਹਨੂੰ ਖੁਦ ਇੰਨਾ ਹੀ ਨਹੀਂਗਾ ਪਤਾ ਵੀ ਜੇ ਅਸੀਂ ਕਿਸਾਨਾਂ ਨੂੰ ਰੋਲਤਾ ਤੇ ਉਹ ਕਿੱਥੇ ਰਾਜ ਕਰ ਜੂਗਾ। ਕਿਸਾਨਾਂ ਦੇ ਸਿਰ ਤੇ ਹੀ ਜਨਤਾ ਤੇ ਜਨਤਾ ਸਿਰ ਤੇ ਹੀ ਰਾਜ ਆ। ਤੇ ਉਹਨੂੰ ਪਤਾ ਵਾ ਵੀ ਜੇ ਪੌਦੇ ਦੀਆਂ ਜੜ੍ਹਾਂ ਵੱਢ ਦਈਏ ਨਾ ਤਾਂ ਉਹਦੀ ਸ਼ਾਨ ਨਹੀਂ ਨਸੀਬ ਹੁੰਦੀ। ਬਾਕੀ ਉਹਨੂੰ ਸੁਪਨੇ ਜਿਹੜੇ ਆਉਣੇ ਉਹ ਬੰਦ ਹੋ ਗਏ ਆ। ਉਹ ਪਹਿਲਾਂ ਤੇ ਹਰ ਵਾਰੀ ਕਰ ਦਿੰਦਾ ਸੀਗਾ ਮੇਰੇ ਮਨ ਕੀ ਬਾਤ, ਉਹਨੂੰ ਰਾਤ ਨੂੰ ਸੁਪਨਾ ਆਉਂਦਾ ਸੀ, ਹੁਣ ਉਹਦੀ ਨੀਂਦ ਹਰਾਮ ਹੋ ਗਈ। जान की बात कर रहा। ਉਹਦੀ ਨੀਂਦ ਹਰਾਮ ਦੇ ਕਾਰਨ ਉਹਨੂੰ ਸੁਪਨੇ ਆਉਣੇ ਬੰਦ ਹੋ ਗਏ। ਉਹਨੂੰ ਕਿਸਾਨਾਂ ਦਾ ਅਜੇ ਸੁਪਨਾ ਹੀ ਨਹੀਂ ਆਉਂਦਾ ਵੀ ਕਿਸਾਨਾਂ ਦਾ ਸੁਪਨਾ ਜਿੱਦਣ ਉਹਨੂੰ ਕਿਸਾਨਾਂ ਦਾ ਸੁਪਨਾ ਆ ਗਿਆ ਜਾਂ ਤੇ ਉਹਦੀ ਨੀਂਦ ਉੱਕੀ ਆ ਜੂਗੀ ਤੇ ਜਾਂ ਫਿਰ ਉਹਦੀ ਨੀਂਦ ਖੁੱਲ ਜੂਗੀ, ਕਦੀ ਸੌਂਗਾ ਨਹੀਂ। ਮਤਲਬ ਇਹੀ ਆ ਵੀ ਉਹ ਕਿਸਾਨਾਂ ਦੇ ਜਿਹੜੇ ਜੋ ਵੀ ਕਿਸਾਨ ਕਹਿਣ ਡਏ ਆ ਉਹਨਾਂ ਨੂੰ ਮਨਜ਼ੂਰ ਹੀ ਨਹੀਂ ਹੈਗਾ ਤੇ ਉਹ ਕਿਉਂ ਉਹਨਾਂ ਨੂੰ ਭੇਦ ਭਰੀ ਹਾਲਾਤ ਚ ਆਖੀ ਜਾਂਦਾ ਵਾ ਵੀ ਇਹੋ ਹੀ ਤੁਹਾਨੂੰ ਪ੍ਰਵਾਨ ਕਰਾਉਣਾ ਵਾ। ਖਾਸ ਕਰਕੇ ਤਿੰਨੇ ਕਾਨੂੰਨ ਜਿਹੜੇ ਉਹ ਰੱਦ ਕਰ ਦੇਵੇ। ਕਿਸਾਨਾਂ ਨੂੰ ਕੋਈ ਗੱਲ ਨਹੀਂ, ਕਿਸਾਨ ਭਾਵੇਂ 5 ਸਾਲ ਵੀ ਸੰਘਰਸ਼ ਤੇ ਬੈਠੇ ਰਹਿਣ ਬਹਿਣਗੇ। ਉਹਨਾਂ ਨੂੰ ਇਹ ਨਹੀਂ ਆ, ਮੋਦੀ ਨੂੰ ਇੰਨਾ ਨਹੀਂ ਆ ਪਤਾ ਵੀ ਜਾਂ ਇੱਕ ਰਾਜਾ ਦੇ ਰਾਜ ਕਰਨ ਲਈ ਹੁੰਦਾ ਵੀ ਪ੍ਰਜਾ ਸੁਖੀ ਰਵੇ। ਸਾਡੇ ਕੋਲ ਸਾਡਾ ਦਿਲ ਨਹੀਂ ਕਰਦਾ ਵੀ ਆ ਜਨਤਾ ਜਿਹੜੀ ਇਹ ਦੁਖੀ ਹੋਵੇ, ਪਰ ਇਹੀ ਆ ਵੀ ਅਸੀਂ 5-5 6-6 ਮਹੀਨੇ ਹੋ ਗਏ ਟੋਲਾਂ ਤੇ ਬੈਠਿਆਂ ਨੂੰ। ਨਿਜਰਪੁਰਾ ਟੋਲ ਤੇ ਬੈਠੇ ਆ 6 ਮਹੀਨੇ ਹੋ ਗਏ ਆ, ਪਰ ਉਹਦੀ ਇਹ ਸੋਚ ਹੀ ਨਹੀਂ ਆ ਵੀ ਕਿੱਥੇ ਬੈਠੇ ਉਹਦੇ ਜੇ ਸੁੱਤਾ ਵੀ ਨਹੀਂ ਆ, ਜਾਗਦਾ ਵੀ ਨਹੀਂ ਆ, ਪਤਾ ਨਹੀਂ ਉਹ ਘੁੰਮਦਾ ਕਿੱਥੇ ਆ। ਫਿਰ ਉਹ ਕਰੋਨਾ ਨੂੰ ਛੱਡ ਦਿੰਦਾ, ਰਾਤ ਨੂੰ ਕਰੋਨਾ ਛੱਡ ਦਿੰਦਾ, ਦਿਨੇ ਕਰੋਨੇ ਨੂੰ ਆਂਦਾ ਸੌਂ ਜਾ। ਕਰੋਨਾ ਵੀ ਕੋਈ ਉੱਲੂ ਦੀ ਜਾਤ ਦਾ ਵਾ, ਉਹਨੂੰ ਦਿਨੇ ਅੱਖਾਂ ਤੋਂ ਦਿਸਣੋਂ ਹਟ ਜਾਂਦਾ, ਬੰਦੇ ਨਹੀਂ ਦਿਸਦੇ, ਰਾਤ ਨੂੰ ਸੁੰਨੀਆਂ ਸੜਕਾਂ ਤੇ ਘੁੰਮਦਾ ਕਰੋਨਾ ਵੀ। ਜਿੱਥੇ ਇਲੈਕਸ਼ਨ ਹੁੰਦੀ ਆ ਉੱਥੇ ਕਰੋਨੇ ਨੂੰ ਵੀ ਏਡਾ ਸਮਝਦਾਰ ਹੋ ਗਿਆ, ਉਹ ਆਂਦਾ ਵੀ ਇੱਥੇ ਵੜੀ ਨਾ, ਇੱਥੇ ਇਲੈਕਸ਼ਨ ਆ। ਤੇ ਜਿੱਥੇ ਕੁਛ ਨਹੀਂ ਹੁੰਦਾ ਉੱਥੇ ਆਂਦਾ ਵੀ ਤੂੰ ਜਾ ਕੇ ਸੌਂ ਜਾ, ਤੇ ਸੁੱਤਾ ਸੁੱਤਾ ਹੀ ਚੰਬੜ ਜਾ ਕਿਸੇ ਨੂੰ। ਮੋਦੀ ਵਰਗੇ ਹਾਲਾਤ ਕਰੋਨਾ ਦੇ ਵੀ ਹੋਏ ਆ, ਪਰ ਉਹਦੀ ਇਹ ਸੋਚ ਨਾ ਸੋਚੇ ਮੋਦੀ ਕਮ ਸੋ ਕਮ ਆਪਦੇ ਕਾਨੂੰਨ ਜਿਹੜੇ ਉਹ ਰੱਦ ਕਰ ਦੇਵੇ, ਜਿਹੜੇ ਆਪਣੇ ਮਨਮਤੇ ਕਾਨੂੰਨ ਕੀਤੇ ਆ। ਬਾਕੀ ਇਹ ਆ ਵੀ ਜਨਤਾ ਨੂੰ ਦੁਖੀ ਨਾ ਕਰੇ। ਆ ਵੇਖੋ ਸਾਡਾ ਦਿਲ ਨਹੀਂ ਕਰਦਾ ਜਨਤਾ ਦੁਖੀ ਕਰਨ ਲਈ। ਸਾਡੇ ਜਿੰਨੇ ਵੀ ਪ੍ਰਧਾਨ ਆ ਉਹ ਸਾਰੇ ਇੱਕ ਆ। ਉਹਨੂੰ ਇਹ ਮਤ ਸੋਚੇ ਵੀ ਇੱਕ ਪਾਰਟੀ ਵੱਖਰੀ ਆ ਤੇ ਇੱਕ ਵੱਖਰੀ ਆ। ਜਿੰਨੀਆਂ ਵੀ ਕਿਸਾਨ ਪਾਰਟੀਆਂ ਜਾਂ ਦਿੱਲੀ ਬੈਠੀਆਂ ਉਹ ਸਾਰੀਆਂ ਹੀ ਇੱਕ ਆ। ਸਿਰਫ ਇੱਕ ਨਾਂ ਨਾਲ ਤਾਂ ਨਹੀਂ ਜਾਣੀਆਂ ਜਾਂਦੀਆਂ ਵੀ ਹਰੇਕ ਦਾ ਇੱਕ ਨਾਮ ਨਹੀਂ ਹੈਗਾ। ਮੋਦੀ ਦੇ ਵੀ 5-7 ਭਰਾ ਹੋਣਗੇ, ਕੋਈ ਦੋਦੀ ਕੋਈ ਖੋਦੀ ਇਹੋ ਜਿਹਾ ਹੋਊਗਾ, ਸਮਝੇ। ਉਹਨਾਂ ਦਾ ਮਕਸਦ ਇਹ ਨਹੀਂਗਾ ਵੀ ਉਹਦਾ ਇਰਾਦਾ ਵੀ ਇੱਕ ਕਿਸਾਨ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਵਾਲੇ ਆ, ਇੱਕ ਕਿਸਾਨ ਸੰਘਰਸ਼ ਕਮੇਟੀ ਵਾਲੇ ਸ਼ਾਇਦ ਵੱਖਰੇ ਵੱਖਰੇ ਆ, ਨਹੀਂ। ਬਾਕੀ ਉਹਨੂੰ ਇੱਕ 26 ਤਰੀਕ ਨੂੰ ਇੱਕ ਇਸੇ ਹੀ ਕਿਸਾਨਾਂ ਨੇ ਮੈਸੇਜ ਦਿੱਤਾ ਸੀ, ਜਿਹੜਾ ਆਂਦਾ ਸੀਗਾ ਵੀ ਮੇਰੇ ਬਰੋਬਰ ਤੇ ਝੰਡਾ ਲਾ ਦਿੱਤਾ। ਝੰਡਾ ਨਹੀਂ ਆ, ਨਿਸ਼ਾਨ ਆ, ਕਿਸਾਨਾਂ ਦਾ ਨਿਸ਼ਾਨ ਆ, ਤੇ ਸਾਰੇ ਹੀ ਬੈਠੇ ਕਿਸਾਨ ਆ। ਉਹਨੂੰ ਇਹ ਛੱਡ ਦੇਵੇ, ਕਦੀ ਤੇ ਉਹ ਕਹਿ ਦਿੰਦਾ ਵਾ ਅੱਤਵਾਦੀ, ਕਦੀ ਅੰਕਤਵਾਦੀਆਂ ਦੀ ਖੋਜ ਕਰਦਾ। ਜੇ ਤੇ ਅਸੀਂ ਆਪਣਾ ਹੱਕ ਮੰਗਦੇ ਆ ਤੇ ਅੰਕਤਵਾਦੀ ਹੋ ਗਏ। ਜਦੋਂ ਇਹ ਸਰਹੱਦਾਂ ਤੇ ਸਾਡੇ ਸਪੂਤ ਇਹਦੀ ਰਾਖੀ ਕਰਦੇ ਆ ਉਦੋਂ ਸਿਪਾਹੀ ਹੋ ਗਏ। ਪਹਿਲਾਂ ਇਹਦੀ ਸੋਚ ਨੂੰ ਤਾਂ ਪਤਾ ਲੱਗਦਾ ਵੀ ਇਹ ਕਿੱਥੇ ਕਿੱਥੇ ਖੇਡਦਾ। ਬਹਿਰੂਪੀਏ ਦੀ ਜਾਤਾਂ ਚੋਂ ਆਏ ਨਾ, ਤੇ ਇਹਨੂੰ ਪਤਾ ਕਦੀ ਟੋਪੀ ਪਾ ਲਈ, ਕਦੀ ਇਹਨੇ ਵਾਲ ਰੱਖ ਲਏ, ਕਦੀ ਇਹਨੇ ਦਸਤਾਰ ਬਣਾ ਲਈ, ਪਰ ਇਹਨੂੰ ਪਤਾ ਹੀ ਨਹੀਂਗਾ ਵੀ ਦਸਤਾਰ ਦੇ ਮੁੱਲ ਕੀ ਆ। ਸਿਰ ਦੇ ਦੇ ਕੇ ਤੇ ਦਸਤਾਰਾਂ ਸਜਾਈਆਂ ਤੇ ਐਵੇਂ ਹੀ ਰੱਖ ਕੇ ਬਹਿ ਜਾਂਦਾ, ਕੋਨੇ ਮੋਨੇ ਸਿਰ ਤੇ ਦਸਤਾਰ ਏ। ਇਹਦੀ ਨਾ ਸਾਰੀਆਂ ਹੀ ਸੋਚਾਂ ਪੁੱਠੀਆਂ ਵਾ। ਅਜੇ ਤੱਕ ਤੇ ਸਾਡੇ ਸਾਰੇ ਹੀ
ਆਮ ਕਿਸਾਨ ਵਰਗ ਕੀ ਆ, ਕਿਸੇ ਦਾ ਵੀ ਹਰੇਕ ਵਪਾਰ ਵਰਗ ਦਾ ਵੀ ਇਹਨੇ ਬੇੜਾ ਗਰਕ ਕਰ ਦਿੱਤਾ। ਕਿਉਂਕਿ ਵਪਾਰ ਵਰਗ ਦਾ ਕਿਉਂ ਬੇੜਾ ਗਰਕ ਹੋ ਗਿਆ, ਆ ਜਿੰਨੇ ਵਪਾਰੀ ਆ ਜਾਣਦਾ ਇਹ ਦੁਖੀ ਹੋ ਗਏ ਇਹਦੇ ਤੋਂ। ਕਿਸਾਨ ਦੁਖੀ ਤੇ ਨਾਲ ਹੀ ਇਹ ਦੁਖੀ। ਤੇ ਜੇ ਜਿਹੜੇ ਲੋਕ ਨੇ ਉਹ ਕਿੰਨਾ ਕੁ ਸਮਰਥਨ ਕਰ ਰਹੇ ਨੇ ਇਹ ਕਿਸਾਨਾਂ ਦਾ ਸਮਰਥਨ ਤੇ ਉਹਨਾਂ ਨੂੰ ਅਜੇ ਇਸ ਤਰ੍ਹਾਂ ਪਤਾ ਹੀ ਨਹੀਂਗਾ। ਅੱਧਿਆਂ ਕੇ ਲੋਕਾਂ ਨੂੰ ਤੇ ਇਹ ਥੋੜੀ ਆਖੀ ਜਾਂਦਾ ਮੈਂ ਆਹ ਕਰ ਦੂੰਗਾ, ਮੈਂ ਆਹ ਭੇਜ ਦੂੰਗਾ। ਉਹਨੂੰ ਪਤਾ ਵੀ ਮੈਂ ਇਹਨਾਂ ਨੂੰ 400 ਰੁਪਏ ਕਿਲੋ ਆਟਾ ਖਵਾਉਣਾ ਵਾ। ਹੁਣ ਕਿਸਾਨ ਤੇ 20 ਰੁਪਏ ਕਿਲੋ ਜਾਂ 10 ਰੁਪਏ ਕਿਲੋ ਜਾਂ 5 ਰੁਪਏ ਕਿਲੋ ਖਵਾਉਣ ਡਿਆ ਨਾ, 2 ਰੁਪਏ ਕਿਲੋ ਵੀ ਖਵਾਉਣ ਡਿਆ ਵਾ ਕਿਸਾਨ ਆਟਾ, ਕਿਸਾਨਾਂ ਦੀ ਉਪਜ ਹੈ ਜਿਹੜੀ। ਪਰ ਇਹਨੂੰ ਇੰਨਾ ਪਤਾ ਨਹੀਂ ਹੈਗਾ ਵੀ ਅਸੀਂ ਅੱਗੇ ਆਉਣ ਵਾਲੇ ਸਮੇਂ 'ਚ ਆਮ ਜਨਤਾ ਨੂੰ ਵੀ ਅਨਿਆਂ ਕਰੀ ਜਾਂਦਾ। ਕਦੀ ਕਹੀ ਜਾਂਦਾ ਵਾ ਕੋਈ ਬਾਤ ਨਹੀਂ ਆ, ਸਭ ਕੋ ਮੈਂ ਘਰ ਮੈਂ ਭੇਜ ਦੂੰਗਾ, ਨੌਕਰੀ ਦੇ ਦੂੰਗਾ, ਉਹ ਕਰ ਦੂੰਗਾ। ਸਭ ਇਹਦੇ ਚਾਲਾਂ ਵਾ, ਇਹਦੀਆਂ ਚਾਲਾਂ ਤੋਂ ਲੋਕ ਸੁਚੇਤ ਆ, ਸਾਰੇ ਲੋਕ ਨਾਲ ਆ। ਕੋਈ ਇਹ ਨਹੀਂ ਗਾ ਵੀ ਵੱਖਰਾ ਵਾ। ਸਭ ਜਿੰਨੀ ਜਨਤਾ ਹੈਗੀ ਆ ਜਿਨ੍ਹਾਂ ਨੇ ਇਹਨੂੰ ਰਾਜ ਦਿੱਤਾ ਉਹ ਸਭ ਹੀ ਨਾਲ ਆ। ਤੇ ਜਿਹੜੇ ਆਉਂਦੇ ਜਾਂਦੇ ਵਾਹਨ ਜਿਨ੍ਹਾਂ ਨੂੰ ਕੋਈ ਜ਼ਰੂਰਤ ਹੈ, ਜਿਸ ਤਰ੍ਹਾਂ ਐਮਰਜੈਂਸੀ ਸੇਵਾਵਾਂ, ਕੋਈ ਰੇਲਵੇ ਆਪਣੇ 에ਅਰਪੋਰਟ ਤੇ ਜਾਣ ਵਾਸਤੇ, ਉਹਨਾਂ ਨੂੰ ਜਾਣ ਦਿੱਤਾ ਜਾਂਦਾ। ਦੇਖੋ ਜੀ, 에ਅਰਪੋਰਟਾਂ ਵੀ ਇਹਦੀਆਂ ਅਦਾਨੀ ਅੰਬਾਨੀ ਦੀਆਂ, ਰੇਲਵੇ ਸਟੇਸ਼ਨ ਵੀ ਇਹਦੇ ਅਦਾਨੀ ਅੰਬਾਨੀ ਦੇ, ਇਹਦੇ ਤੇ ਸਭ ਕੁਝ ਵੇਚ ਦਿੱਤਾ। ਇਹ ਤੇ ਸਿਰਫ ਇਹਨੂੰ ਪਤਾ ਹੀ ਨਹੀਂਗਾ ਵੀ ਅਸੀਂ ਤੇ ਚਲੋ ਫੇਰ ਵੀ ਕਰਦੇ ਆ ਵੀ ਜਦੋਂ ਜਾਣਾ ਵਾ ਉਹ ਕਿਸੇ ਵੀ ਦਿੱਕਤ 'ਚ ਫਸਿਆ ਵਾ ਉਹ ਜਾ ਸਕਦਾ। ਅਸੀਂ ਥੋੜੀ ਬਹੁਤ ਛੋਟ ਦੇਈ ਜਾਂਦੇ ਆ ਵੀ ਚਲੋ ਕੋਈ ਗੱਲ ਨਹੀਂ, ਪਰ ਪੂਰਨ ਤੌਰ ਤੇ ਬੰਦ ਆ। ਹੁਣ ਅੱਧੇ ਘੰਟੇ ਨੂੰ ਪੂਰਨ ਬੰਦ ਹੋ ਜਾਣਾ। ਅਸੀਂ ਜ਼ਿਆਦਾ ਲੋਕਾਂ ਨੂੰ ਆਵਾਜਾਈ ਲਈ ਖਰਾਬ ਨਹੀਂ ਕਰਨ ਦੇ। ਪੂਰਨ ਤੌਰ ਤੇ ਥੋੜੇ ਚਿਰ ਨੂੰ ਸੁਚੇਤ ਹੋ ਜਾਣਾ। ਲੋਕਾਂ ਨੇ ਆਪੇ ਮੈਸੇਜ ਦੇ ਦੇਣੇ ਆ ਵੀ ਅੱਜ ਪੰਜਾਬ ਦਾ ਬੰਦ ਦਾ ਸੱਦਾ, ਭਾਰਤ ਬੰਦ ਦਾ ਸੱਦਾ, ਇਹ ਬੰਦ ਹੋ जावे। अमृतसर पठानकोट जम्मू नेशनल हाईवे को जाम कर प्रदर्शन किया। इस मौके उनका कहना है कि भारत बंद काल को हर वर्ग का समर्थन मिल रहा है। जिला गुरदासपुर में 11 जगहों पर जाम कर पूरे जिले को कवर किया गया था। गुरदासपुर से जितेंद्र कुंडल की रिपोर्ट। पंजाब के गांव लामी दाव में 38 लाख रुपए की लागत से जल निकासी परियोजना का उद्घाटन किया गया। यह उद्घाटन पूर्व विधायक करण कौर बराड़ ने किया। अमृतपाल सिंह फतनवाला और विभाग के वरिष्ठ अधिकारी विशेष रूप से इस अवसर पर उपस्थित रहे। सुश्री बराड़ और श्री फतनवाला ने कहा कि इस संगोष्ठी पर एक बड़े पुल के निर्माण के साथ जल निकासी और पानी की रुकावट को दूर किया जाएगा और इससे 7 गांवों को अधिक लाभ पहुंचेगा। देखो ਇਹਦਾ मेरा ख्याल 34-35 ਲੱਖ ਦਾ ਫਰਕ ਇਹਦਾ ਖਰਚਾ ਹੈਗਾ। 38 ਲੱਖ। ਹਾਂਜੀ, ਇਹਦੇ ਨਾਲ ਕੀ ਕਰ ਰਹੇ ਆ ਕਿ ਜਿਹੜਾ ਸਾਈਫਨ ਛੋਟਾ ਸੀਗਾ ਉਹ ਚੌੜਾ ਹੋ ਰਿਹਾ ਹੈ। ਇਹ 5 ਫੁੱਟ ਵਧਾਈ ਜਾ ਰਿਹਾ ਹੈ ਤੇ ਨਾਲ ਇਹਨੂੰ ਥੋੜਾ ਜਿਹਾ ਉੱਚਾ ਵੀ ਕਰ ਰਹੇ, ਜਿਹੜਾ ਨਵਾਂ ਹਿੱਸਾ ਪੈ ਰਿਹਾ ਹੈ। ਇਹਦੇ ਨਾਲ ਆ ਜਿੰਨੇ ਪਿੰਡ ਨਾਲ ਲੱਗਦੇ ਨੇ, ਤੁਸੀਂ ਦੇਖ ਲਓ, ਇੱਕ ਤਾਂ ਆਪਣਾ ਅਕਾਲਗੜ੍ਹ ਤੇ ਫੱਤਨਵਾਲੇ ਦੇ ਵਿੱਚ ਤੁਸੀਂ ਦੇਖਿਆ ਸੀ ਹਰ ਸਾਲ ਜਦ ਵੀ ਕੋਈ ਹੜ੍ਹ ਆਉਂਦਾ ਸੀ ਜਾਂ ਪਾਣੀ ਆਉਂਦਾ ਸੀ ਤੇ ਸਾਰੇ ਖੇਤ ਡੁੱਬ ਜਾਂਦੇ ਸੀ ਤੇ ਪਿੰਡ ਵੀ ਆਮਨੇ ਸਾਹਮਣੇ ਹੋ ਜਾਂਦੇ ਸੀ। ਇਹਦੇ ਉੱਤੇ ਬੜੀ ਸੀਰੀਅਸ ਪ੍ਰੋਬਲਮ ਪੈਂਦੇ ਸੀ। ਨਾਲ ਜਿਹੜੇ ਲੱਗਦੇ ਨੇ ਰਾਹ ਦੇ ਵਿੱਚ ਸਾਰੇ ਪਿੰਡ, ਉਹ ਸਾਰਿਆਂ ਨੂੰ ਵੀ ਫਾਇਦਾ ਹੋ ਗਿਆ। ਤੁਸੀਂ ਦੇਖ ਲਓ, ਸਦਰਵਾਲਾ ਆ ਗਿਆ, ਲੰਬੀ ਢਾਬ ਆ ਗਿਆ, ਅਟਾਰੀ ਆ ਗਿਆ, ਚੱਕ ਅਟਾਰੀ ਤੇ ਸਦਰਵਾਲਾ, ਸਾਰੇ ਜਿਹੜੇ ਨੇ ਇਹਨਾਂ ਦੇ ਲਈ ਇਹ ਸਹੂਲੀਅਤ ਹੈਗੀ। ਇਹਦੇ ਨਾਲ ਉਮੀਦ ਹੈ ਕਿ ਸਾਈਫਨ ਚੌੜੇ ਹੋਣ ਦੇ ਨਾਲ ਉਹ ਜਿਹੜੀ ਉੱਥੇ ਇਕੱਠਾ ਪਾਣੀ ਹੋ ਜਾਂਦਾ ਸੀ ਤੇ ਫਿਰ ਅੱਗੇ ਜਾਂਦਾ ਸੀ, ਉਹ ਖਤਮ ਹੋ ਚੁੱਕਾ ਹੈ। मॉडलिंग ऑफ साइफन ऑफ चौंतरा माइनर ओवर ਬੂਰਾ ਗੁਜਰ ਡਰੇਨ। ਇਹ ਜਿਹੜੇ ਬੂਰਾ ਗੁਜਰ ਡਰੇਨ ਦਾ ਜਿਹੜਾ ਆਥੋਰਾਈਜ਼ ਡਿਜ਼ਾਈਨ ਡਿਸਚਾਰਜ ਹੈਗਾ 215 ਕਿਊਸਕ ਆ, ਪਰ ਬਰਸਾਤਾਂ ਦੇ ਵਿੱਚ ਜਿਹੜਾ ਆਉਂਦਾ ਹੈਗਾ ਪਾਣੀ ਇੱਥੇ 400 ਕਿਊਸਕ ਦੇ ਵਿੱਚ ਅਸੀਂ ਆਪ ਮੇਜਰ ਕੀਤਾ ਹੋਇਆ। 400 ਕਿਊਸਕ ਪਾਣੀ ਇੱਥੇ ਦੀ ਪਾਸ ਹੁੰਦਾ ਹੈਗਾ। ਸਾਈਫਨ ਜਿਹੜਾ ਸੀਗਾ ਉਹ 215 ਕਿਊਸਕ ਲਈ ਡਿਜ਼ਾਈਨ ਸੀਗਾ। ਹੁਣ ਜਿਹੜਾ ਹੈਗਾ ਅਸੀਂ ਮਤਲਬ ਨਾਲ ਉਹਦਾ ਪਹਿਲਾਂ 2 ਬੈਰਲ ਬਣੇ ਹੋਏ ਆ 6 ਫੁੱਟ ਬਾਈ 6 ਫੁੱਟ ਦੇ। ਤੀਸਰਾ ਬੈਰਲ ਅਸੀਂ 6 ਫੁੱਟ ਵਿਡਥ ਬਾਈ 8 ਫੁੱਟ ਹਾਈਟ ਦਾ ਅਸੀਂ ਨਾਲ ਐਡੀਸ਼ਨਲ ਹੋਰ ਬਣਾ ਰਹੇ ਹੈਗੇ ਜੀ, ਜਿਹੜਾ ਮਤਲਬ 30 ਅਪ੍ਰੈਲ ਤੋਂ ਪਹਿਲਾਂ ਕੰਪਲੀਟ ਇਨ ਆਰ ਰਿਸਪੈਕਟਸ ਹੋ ਜਾਏਗਾ। ਚੌਂਤਰਾ ਮਾਈਨਰ ਜਿਹੜੀ ਹੈਗੀ 3 ਹਫ਼ਤਿਆਂ ਦੇ ਵਿੱਚ ਬਣਾ ਕੇ ਅਸੀਂ ਉਹ ਚਾਲੂ ਕਰ ਦਿਆਂਗੇ। ਇਹਦੇ ਨਾਲ ਹੁਣ ਜੇ ਤੀਸਰਾ ਬੈਰਲ ਬਣਨ ਨਾਲ ਜਿਹੜੀ ਇੱਥੇ ਪਿੱਛੇ ਫਲੱਡਿੰਗ ਹੁੰਦੀ ਸੀਗੀ, ਈਵਨ ਮਤਲਬ ਮੁਕਤਸਰ ਤੋਂ ਜਿਹੜੀ ਸਾਦਕ ਰੋਡ ਹੈਗੀ ਆ ਉਹ ਵੀ ਫਲੱਡ ਹੋ ਜਾਂਦੀ ਸੀ, ਉਹ ਸਾਰੀ ਜਿਹੜੀ ਫਲੱਡਿੰਗ ਹੁਣ ਨਹੀਂ ਹੋਏਗੀ ਜੀ। ਸਰ ਫੰਡਿੰਗ ਇਸ ਕੰਮ ਲਈ ਸੈਂਟਰ ਗਵਰਨਮੈਂਟ ਕਰ ਰਹੀ ਹੈ ਜਾਂ ਪੰਜਾਬ? ਨਹੀਂ, ਪੰਜਾਬ ਗਵਰਨਮੈਂਟ ਦੀ ਫੰਡਿੰਗ ਹੈ ਸਾਰੀ। ਇਹਦੇ ਨਾਲ ਜਿਹੜਾ ਪਹਿਲਾਂ ਲੰਬੀ ਇਹਨਾਂ ਨੂੰ ਹੀ ਆਖਣਾ ਕੋਟਕਪੂਰਾ ਰੋਡ ਤੇ ਦਮ ਲੱਗਦਾ ਕਿ ਬਾਈਪਾਸ ਤੇ ਮਲੋਟ ਕੋਟਕਪੂਰਾ ਜੀ ਨਹੀਂ, ਕੋਟਕਪੂਰਾ ਮੁਕਤਸਰ ਕੋਟਕਪੂਰਾ ਜੀ, ਕੋਟਕਪੂਰਾ ਰੋਡ ਤੇ ਉਦੇ ਕਰਨ ਦੇ ਕੋਲੇ। ਹਾਂ, ਡੈਫੀਨਿਟਲੀ ਇਹ ਸਾਰਾ ਕੈਰੀਅਰ ਚੈਨਲ ਹੈਗੀ ਆ, ਉੱਥੇ ਜਿਹੜੀਆਂ ਲਿੰਕ ਡਰੇਨ ਹੈਗੀਆਂ, ਜਦੋਂ ਇਹਦੇ ਚ ਡਿਸਚਾਰਜ ਵੱਜ ਜਾਏਗਾ ਤਾਂ ਉਹਨਾਂ ਦੀ ਵੀ ਜਿਹੜੀ ਵੈਕੂਏਸ਼ਨ ਜਲਦੀ ਹੋ। इस अवसर पर ड्रेनेज विभाग के एसआई दिलीप सिंह ने कहा कि इस साइफन की क्षमता 215 क्यूसेक थी, जबकि बारिश के मौसम में 400 क्यूसेक पानी पास किया जाता था, लेकिन पुल पर
अवरोध के कारण पानी आसपास के खेतों में फैल जाता था और कई गांवों की फसलों को नष्ट कर देता था। अब इसकी क्षमता में वृद्धि की गई है कि क्षेत्र के गांव बारिश के कारण के हमले से बचने में सक्षम होंगे और श्री मुख्य साहब से फिरोजपुर सड़क पर बाढ़ की समस्या नहीं होगी। उन्होंने कहा कि साइफन पुल के चौड़ीकरण का काम 30 अप्रैल तक पूरा हो जाएगा। इस अवसर पर गांव के पंच और सरपंच भी उपस्थित रहे। श्री मुख्य साहब से सोनू खेड़ा की रिपोर्ट। बठिंडा में आज पत्रकारों को संबोधित करते हुए पूर्व भाजपा विधायक सुरजीत कुमार ज्ञानी ने कहा कि कैप्टन सरकार किसानों को 3 कृषि बिलों के बारे में गुमराह कर रहे थे। उन्होंने कहा कि दिल्ली में आंदोलन कर रहे किसान संगठनों के नेता इस बिलों को काले बिल बता रहे हैं। उन्होंने कहा कि यह एक किसान आंदोलन नहीं था बल्कि राजनीतिक विरोध का एक गढ़ था। इस अवसर पर बड़ी संख्या में किसान सुरजीत जैनी के खिलाफ विरोध करने के लिए प्रेस कॉन्फ्रेंस के स्थल पर पहुंचे। उन्होंने होटल के मुख्य द्वार पर भाजपा के खिलाफ नारे लगाए और जब तक ये तीनों कानून वापस नहीं लिए जाते तब तक किसानों का विरोध जारी रहेगा। मीडिया दे मेरे भरावां नूं जी आया करना और तुहानूं जिहड़ी कष्ट होया ਉਹਦੇ वास्ते माफी, ਉਹਦੀ मजबूरी तुहानूं सारा पता ही है। ਅੱਜ ਜਿਹੜੇ ਦੇ ਵਿੱਚ ਆ ਕੇ ਤੁਹਾਡੇ रूबरू होने का ਜਿਹੜਾ मेन कारण ये है कि कैप्टन साहब ने 4 साल का आपका लेखा जोखा दिता और ਉਹਦੇ ਵਿੱਚ ਇਹ ਕਿਹਾ ਗਿਆ कि मैं 85% ਜਿਹੜੇ वादे किए सी मैं पूरे करते। पर मैनू एक चीज़ का बड़ा दुख है और पुरानी याद बुजुर्गों की गल आती है। कदे कोई बंदा जो कहते झूठ मारदा सी ते बंदा मर जाता सी, अज दे अगर कोई झूठ मारे तो ढिड पीड़ भी नहीं होंदा। और कैप्टन साहब ने इन्नी झूठ जिहड़ी है मार के अरे जिहड़ी साडियां शहीदां दी कुर्बानी दे के जिहड़ी सानू वोट रूपी ताकत लेके दित्ती सी, ਉਹਦੇ ਨਾਲ ਜਿਹੜਾ खिलवाड़ किया और लोगों नाल ਜਿਹੜਾ धोखा दिता, किन्ने क वादे जिहड़े कीते एक भी वादा जिहड़ा है वो पूरा नहीं किया। हरेक संस्था नाल वादा खिलाफी की, किसानां नाल कीती, मजदूरां नाल कीती, व्यापारी नाल कीती, गरीब भरावां नाल कीती, बच्चों नाल कीती, सारे नाल कीती। और इत्थों तक गुटका साहब की कसम खा के भी उन्होंने कसर नहीं छड्डी झूठ मारन वाली। तो मैनू बड़ा अचंभा होया कि 4 साल का लेखा जोखा उन्हें दिता और 4 साल के विच क्या 85% पूरे। मैं कैप्टन साहब ने तुहाडे माध्यम नाल पुछना चाहना कि तुसी किहड़ा वादा पूरा किया है, वो तुसी दस दिओ। साडे कोल तां आ लिखिया होया है, एक भी इहदे विच सानू तां नज़र नहीं आया, तुहाडे मैनीफेस्टो दे विच भी सीगा ते वो नज़र नहीं आंदा। सब तो वड्डी झूठ जिहड़ी है ये किसानां नाल मारी और किसानां नूं ये कहा कि तुहाडा जिहड़ा है मैं कर्जा जिहड़ा है माफ़ करूँगा, कर्जा मुफ्त मतलब कर्जा मुक्त करा देंगे तुहानूं। और आंकड़ा भी लिया, फार्म भी भरवाए, फार्म भरवाए घरां ते जाके किसानां नूं कि तेरे कोल कर्जा किन्ना है। और किसानां ने फार्म भर के दिते भी मेरा इन्ना तो आड़तीए का है, इन्ना मेरा सोसाइटी का है, इन्ना मेरा बैंक का है। जोड़ के फिर इन्होंने 90,000 करोड़ रुपया बनाया भी ये मैं इन्ना बनता तो मैं माफ़ करांगा। और माफ़ आड़तियां का किसानों का किसी का भी नहीं किया। और माफ़ किया जोड़ा किहड़ा किया वो मैं तुहानूं दसना चाहना। माफ़ वो किया जोड़ा डुबित खाता होंदा, एक आड़तिया कोल भी होंदा है भी ये साडा डुबित खाता है, आना ही नहीं। इस तरह के जोड़े खाते सी डिफाल्टर सी जोड़े और मर चुके सी और उन्होंने लोगों के वो लिस्ट इकट्ठी करके वो किते। और कुछ जो बैंकों के किते लिमिट के विचों किते तो वो कह दिता भी तै भरना नहीं। और जदों किसान कोल गए भी तुसीं साडा कर्जा अगर माफ़ किया तो सानू सर्टिफिकेट तो लेके दो, क्लीयरेंस सर्टिफिकेट लेके दो ताकि असीं दिखाइए। तो क्लीयरेंस सर्टिफिकेट किसी किसान नूं नहीं दिता। एक ये लटकदी तलवार जिहड़ा थोड़ा बहुत किया है वो कदे भी बाहर आ सकता है। और इस तरह नौजवानों नाल भी जिहड़ी झूठ मारी भी घर घर नौकरी देंगे तो एक भी नौकरी नहीं दी। और कहते नौकरी दी किहड़ी नौकरी दी कैंप ला ले, जिस तरह भी हाँ किहड़ी फैक्ट्री च किहड़े सेठ नूं ड्राइवर चाहिए है, किहड़े कारखाने च कौन चाहिए है, कित्थे की चाहिए, जिहड़ी कच्ची नौकरी आम आपां अपने रख लैंदे उस तरह की एक फार्मैलिटी जी करके बच्चे भी वापस आ गए। वो कोई नौकरी नहीं। जिस तरह ये करकर की नौकरी की गल की वो नहीं किया। 2.5 जे नौकरी जे नहीं ला सकांगा बेरोजगार भत्ता 2.5 रुपये देंगा, एक नूं भी नहीं दिता। सगन स्कीम बुजुर्गों नाल ठगी मारी भी, बुजुर्गों को कहा कि 2.5 रुपया तुहानूं असीं पेनशन देंगे, विधवा पेनशन भी और बुढ़ापा पेनशन भी, वो भी नहीं दी।
ਮਤਲਬ ਇੱਕ ਵੀ ਵਾਅਦਾ ਜਿਹੜਾ ਹੈ ਕੋਈ ਵੀ ਕਹਿ ਦੇ ਕਿੱਥੇ ਪੂਰਾ ਨਹੀਂ। ਲਾਅ ਐਂਡ ਆਰਡਰ ਦੀ ਗੱਲ ਕੀਤੀ, ਉਹ ਵੀ ਅੱਜ ਜਿਹੜਾ ਹੈ ਤੁਸੀਂ ਤੁਹਾਡੇ ਸਾਹਮਣੇ ਤੁਸੀਂ ਦੇਖ ਰਹੇ ਹੋ ਕਿ ਲਾਅ ਐਂਡ ਆਰਡਰ ਜਿਹੜਾ ਹੈ ਕਿੱਥੇ ਵੀ ਪੰਜਾਬ ਦੇ ਵਿੱਚ ਕੋਈ ਵੀ ਇਨਸਾਨ ਜਿਹੜਾ ਹੈ ਉਹ ਸੇਫ ਜਿਹੜਾ ਨਹੀਂ ਚੱਲ ਸਕਦਾ। ਕੁੜੀਆਂ ਨਾਲ ਬੱਚਿਆਂ ਨਾਲ ਵਾਅਦਾ ਕੀਤਾ ਸੀ ਕਿ ਸਟਾਰਟਿੰਗ ਤੋਂ ਲੈ ਕੇ ਪੜ੍ਹਾਈ PhD ਤੱਕ ਕਰਨਗੇ ਉਹ ਮੁਫਤ, ਯਾਨੀ ਕਿ ਜਿੰਨੇ ਵੀ ਵਾਅਦੇ ਕੀਤੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਹੁਣ ਜੇ ਅਗਰ ਇੱਕ ਧਾਰਾਵਾਹਿਕ ਗਣਾਈਏ ਤਾਂ ਬਹੁਤ ਲੰਬਾ ਜਿਹੜਾ ਹੈ ਔਰ ਉਹਦੇ ਵਿੱਚ ਕੀਤਾ ਕੁਝ ਵੀ ਨਹੀਂ। ਔਰ ਜਿਹੜਾ ਸਾਡੀ ਸਰਕਾਰ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਸਰਕਾਰ ਜਿਹੜੀ ਕੁਝ ਜਿੰਨਾ ਛੱਡ ਕੇ ਗਈ ਉਸ ਤੋਂ ਜ਼ਿਆਦਾ ਕਰਜ਼ਾ ਕਰ ਲਿਆ, ਕੀਤਾ ਕੁਝ ਵੀ ਨਹੀਂ, ਕਰਜ਼ਾ ਜ਼ਿਆਦਾ। ਔਰ ਭ੍ਰਸ਼ਟਾਚਾਰ ਮੁਕਤ ਦੀ ਗੱਲ ਕਹੀ ਸੀ ਔਰ ਨਸ਼ਾ ਮੁਕਤ ਵੀ ਨਸ਼ਾ ਜਿਹੜਾ 4 ਹਫ਼ਤੇ ਤੇ ਗੁਟਕਾ ਸਾਹਿਬ ਦੀ ਕਸਮ ਖਾ ਕੇ ਕਹੀ ਸੀ। ਔਰ ਅੱਜ ਨਸ਼ਾ ਜਿਹੜਾ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਮਤਲਬ ਨੌਜਵਾਨ ਬੱਚੇ ਜਿਹੜੇ ਹੈ ਆਊਟਡੋਜ਼ ਨਸ਼ੇ ਦੀ ਲੈ ਕੇ ਜਿਹੜੇ ਅੱਜ ਡੈਥ ਹੋ ਰਹੀ ਹੈ। ਔਰ ਇੱਥੋਂ ਤੱਕ ਨਕਲੀ ਜਿਹੜੀ ਹੈ ਸ਼ਰਾਬ, ਨਕਲੀ ਸ਼ਰਾਬ ਨਹੀਂ, ਇਹਨਾਂ ਦੇ ਨਾਲ ਜਿਹੜੇ ਮਿਲ ਕੇ 220 ਬੰਦੇ ਜਿਹੜੇ ਹੈ ਸ਼ਰਾਬ ਹੀ ਨਹੀਂ ਸਿਪਰਟੀ ਬੋਤਲਾਂ 'ਚ ਭਰ ਕੇ ਪਿਆ ਕੇ ਜਿਹੜੀ ਡੈਥ ਹੋਈ ਸੀਗੀ। ਔਰ ਅੱਜ ਜਿਹੜੀ ਹੈ ਸੈਂਡ ਮਾਫੀਆ ਕਿਸ ਤਰ੍ਹਾਂ ਅੱਜ ਮਾਈਨਿੰਗ ਦੇ ਵਿੱਚ ਕਿਸ ਤਰ੍ਹਾਂ ਠੱਗੀ ਹੋ ਰਹੀ ਹੈ, ਸ਼ਰਾਬ ਦੇ ਹੈ, ਨਸ਼ੇ ਵਿੱਚ ਕਿਸ ਤਰ੍ਹਾਂ ਠੱਗੀ ਹੋ ਰਹੀ ਹੈ। ਅੱਜ ਕਰਪਸ਼ਨ ਜਿਹੜੀ ਹੈ ਰਿਸ਼ਵਤਖੋਰੀ ਕਿੰਨੀ ਵੱਧ ਚੁੱਕੀ ਹੈ। ਅੱਜ ਪੰਜਾਬ ਦੇ ਵਿੱਚ ਤਰਾਈਮਾਮ ਹੋਈ ਪਈ ਹੈ। ਕਿਸੇ ਤਰ੍ਹਾਂ ਦਾ ਕੋਈ ਵੀ ਕੰਮ ਨਹੀਂ ਕੀਤਾ, ਇੱਕ ਵੀ ਵਾਅਦਾ ਪੂਰਾ ਕਿਸੇ ਨਾਲ ਵੀ ਕੀਤਾ ਹੈ। ਬੱਚਿਆਂ ਨਾਲ ਕੀਤਾ ਤਾਂ ਕੋਈ ਪੂਰਾ ਨਹੀਂ ਕੀਤਾ, ਕਿਸਾਨ ਨਾਲ ਕੀਤਾ ਤਾਂ ਨਹੀਂ, ਬਜ਼ੁਰਗਾਂ ਨਾਲ ਕੀਤਾ ਤਾਂ ਨਹੀਂ, ਲਾਅ ਐਂਡ ਆਰਡਰ ਤਾਂ ਨਹੀਂ, ਕੋਈ ਵੀ ਜਿਹੜਾ ਨਿਗਾਹ 'ਚ ਕੋਈ ਵਾਅਦਾ ਇੱਕ ਵੀ ਪੂਰਾ ਨਹੀਂ ਕੀਤਾ। ਅਗਰ ਤੁਹਾਡੇ ਨਿਗਾਹ 'ਚ ਕੋਈ ਕੀਤਾ ਹੋਵੇ ਤਾਂ ਇਸੇ ਤਰ੍ਹਾਂ ਇਹ ਗੱਲ ਹੋਰ ਵੀ ਦੱਸਣਾ ਚਾਹੁੰਦਾ ਕਿ ਆਹ ਤਾਂ 4 ਸਾਲ ਹੋਏ ਨੇ, ਉਸ ਤੋਂ ਪਹਿਲਾਂ 10 ਸਾਲ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ, ਉਸ ਤੋਂ ਪਹਿਲਾਂ ਕਾਂਗਰਸ ਦੀ ਸਰਕਾਰ ਸੀ ਕੈਪਟਨ ਸਾਹਿਬ ਦੀ। ਵਿਧਾਨ ਸਭਾ 'ਚ ਗੱਲ ਹੋਈ, ਵਿਧਾਨ ਸਭਾ ਦੇ ਵਿੱਚ ਸੁਖਬੀਰ ਬਾਦਲ ਨੇ ਗੱਲ ਪੁੱਛੀ, ਚੰਨੀ ਸੀਗਾ ਇਹਨਾਂ ਦਾ ਜਿਹੜਾ ਲੀਡਰ ਜਿਹੜਾ ਆਪੋਜੀਸ਼ਨ ਲੀਡਰ ਜਿਹੜਾ ਹੈ, ਉਹਨੂੰ ਪੁੱਛਿਆ ਦੱਸੋ ਵੀ ਤੁਸੀਂ ਜ਼ਿਆਦਾ ਗੱਲਾਂ ਕਰਦੇ ਹੋ, ਕੀ ਕੰਮ ਕੀਤਾ ਹੈ, ਤੁਸੀਂ 5 ਕੰਮ ਗਿਣਾ ਦਿਓ। ਤਾਂ ਪਿਛਲੇ ਜਿਹੜੇ 5 ਸਾਲ ਰਹੇ ਸੀ ਤਾਂ ਚੰਨੀ ਖੜਾ ਹੋ ਕੇ ਕਹਿੰਦਾ ਅਸੀਂ ਪੈਚ ਵਰਕ ਕੀਤਾ ਸੜਕਾਂ ਦੇ, ਰੈਤਕੀ ਦਾ ਪੈਚ ਵਰਕ ਵੀ ਨਹੀਂ ਕੀਤਾ ਸੜਕਾਂ ਦੇ। ਇਹ ਤਾਂ ਅੱਜ ਅਗਰ ਪੰਜਾਬ ਦੇ ਵਿੱਚ ਥੋੜਾ ਬਹੁਤ ਸਿਸਟਮ ਜਿਹੜਾ ਚੱਲ ਰਿਹਾ ਹੈ ਤਾਂ ਉਹ ਸਿਰਫ ਨਰੇਗਾ ਜਿਹੜਾ ਸੈਂਟਰ ਤੋਂ ਆ ਰਹੀ ਹੈ, ਉਹ ਪਿੰਡਾਂ ਦੇ ਵਿੱਚ ਉਹਦੇ ਵਿੱਚ ਵੀ ਇਹ ਬੜੀ ਭਾਰੀ ਜਿਹੜੀ ਹੈ ਕਰप्शन ਜਿਹੜੀ है हो रही है, रिश्वतखोरी ਜਿਹੜੀ हो। देते आज के धार्मिक और सामाजिक समाचार कल फिर हाजिर होंगे। अब राजेश मेहरा को दें इजाजत। जय जिनेंद्र।